ਕਰੋਨਾ ਵਾਇਰਸ ਦੇ ਮੁੱਦੇ ਅਤੇ ਇਸ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਾਸੀਆਂ ਨੂੰ 19 ਮਾਰਚ 2020 ਨੂੰ ਸੰਬੋਧਨ ਕੀਤਾ। ਆਕਾਸ਼ਵਾਣੀ ਜਲੰਧਰ ਵੱਲੋਂ ਇਸ ਦਾ ਪੰਜਾਬੀ ਰੂਪਾਂਤਰ ਵੀ ਪੇਸ਼ ਕੀਤਾ ਗਿਆ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਨੂੰ ਸੰਬੋਧਨ ਦੇ ਪੰਜਾਬੀ ਰੂਪਾਂਤਰ ਦੀ ਰਿਕਾਰਡਿੰਗ। ਨਮਸਕਾਰ ਮੇਰੇ ਪਿਆਰੇ ਦੇਸ਼ਵਾਸੀਓ, ਪੂਰਾ ਸੰਸਾਰ ਇਸ ਵੇਲੇ ਸੰਕਟ ਦੇ ਬਹੁਤ ਵੱਡੇ ਗੰਭੀਰ ਦੌਰ ਤੋਂ ਗੁਜ਼ਰ ਰਿਹਾ ਹੈ। ਆਮ ਤੌਰ 'ਤੇ ਕਦੇ ਜਦ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਉਹ ਕੁਝ ਦੇਸ਼ਾਂ ਜਾਂ ਰਾਜਾਂ ਤੱਕ ਸੀਮਿਤ ਰਹਿੰਦੀ ਹੈ, ਪਰ ਇਸ ਵਾਰ ਇਹ ਸੰਕਟ ਐਸਾ ਹੈ ਜਿਸ ਨੇ ਪੂਰੇ ਸੰਸਾਰ ਵਿੱਚ ਪੂਰੀ ਮਾਨਵ ਜਾਤੀ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ, ਜਦੋਂ ਦੂਜਾ ਵਿਸ਼ਵ ਯੁੱਧ ਹੋਇਆ ਸੀ, ਉਦੋਂ ਵੀ ਇੰਨੇ ਦੇਸ਼ ਯੁੱਧ ਨਾਲ ਪ੍ਰਭਾਵਿਤ ਨਹੀਂ ਹੋਏ ਸਨ ਜਿੰਨੇ ਅੱਜ ਕਰੋਨਾ ਦੀ ਇਸ ਬਿਮਾਰੀ ਦੇ ਨਾਲ ਨੇ। ਪਿਛਲੇ 2 ਮਹੀਨਿਆਂ ਤੋਂ ਅਸੀਂ ਨਿਰੰਤਰ ਦੁਨੀਆ ਭਰ ਤੋਂ ਆ ਰਹੇ ਕਰੋਨਾ ਵਾਇਰਸ ਨਾਲ ਜੁੜੀਆਂ ਚਿੰਤਾਜਨਕ ਖਬਰਾਂ ਵੇਖ ਰਹੇ ਹਾਂ, ਸੁਣ ਰਹੇ ਹਾਂ। ਇਨ੍ਹਾਂ 2 ਮਹੀਨਿਆਂ ਵਿੱਚ ਭਾਰਤ ਦੇ 130 ਕਰੋੜ ਨਾਗਰਿਕਾਂ ਨੇ ਕਰੋਨਾ ਵਰਗੀ ਸੰਸਾਰਿਕ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਹੈ। ਸਾਰੇ ਦੇਸ਼ ਵਾਸੀਆਂ ਨੇ ਜ਼ਰੂਰੀ ਸਾਵਧਾਨੀਆਂ ਵਰਤਣ ਦਾ ਭਰਪੂਰ ਉਪਰਾਲਾ ਵੀ ਕੀਤਾ ਹੈ, ਪਰ ਬੀਤੇ ਕੁਝ ਦਿਨਾਂ ਤੋਂ ਇੱਕ ਐਸਾ ਮਾਹੌਲ ਬਣ ਗਿਆ ਹੈ, ਇੱਦਾਂ ਲੱਗ ਰਿਹਾ ਹੈ ਜਿੱਦਾਂ ਅਸੀਂ ਸੰਕਟ ਤੋਂ ਬਚੇ ਹੋਏ ਹਾਂ। ਇੱਦਾਂ ਲੱਗਦਾ ਸਭ ਠੀਕ ਹੈ। ਸੰਸਾਰਿਕ ਮਹਾਮਾਰੀ ਕਰੋਨਾ ਤੋਂ ਨਿਸ਼ਚਿੰਤ ਹੋ ਜਾਣ ਦੀ ਇਹ ਸੋਚ ਸਹੀ ਨਹੀਂ ਹੈ। ਇਸ ਲਈ ਹਰ ਭਾਰਤ ਵਾਸੀ ਦਾ ਸਜਗ ਰਹਿਣਾ, ਸਤਰਕ ਰਹਿਣਾ ਬਹੁਤ ਜ਼ਰੂਰੀ ਹੈ। ਸਾਥੀਓ, ਮੈਂ ਤੁਹਾਡੇ ਤੋਂ ਜਦੋਂ ਵੀ ਜੋ ਵੀ ਮੰਗਿਆ, ਮੈਨੂੰ ਕਦੇ ਵੀ ਦੇਸ਼ ਵਾਸੀਆਂ ਨੇ ਨਿਰਾਸ਼ ਨਹੀਂ ਕੀਤਾ। ਇਹ ਤੁਹਾਡੇ ਆਸ਼ੀਰਵਾਦ ਦੀ ਤਾਕਤ ਹੈ ਕਿ ਅਸੀਂ ਸਭ ਮਿਲ ਕੇ ਆਪਣੇ ਨਿਰਧਾਰਿਤ ਟੀਚੇ ਵੱਲ ਅੱਗੇ ਵਧ ਰਹੇ ਹਾਂ। ਪ੍ਰਯਾਸ ਸਫਲ ਵੀ ਹੁੰਦੇ ਨੇ। ਅੱਜ ਮੈਂ ਤੁਹਾਡੇ ਸਾਰੇ ਦੇਸ਼ ਵਾਸੀਆਂ ਤੋਂ, 130 ਕਰੋੜ ਦੇਸ਼ ਵਾਸੀਆਂ ਤੋਂ, ਤੁਹਾਡੇ ਸਾਰਿਆਂ ਤੋਂ ਕੁਝ ਮੰਗਣ ਆਇਆ। ਮੈਨੂੰ ਤੁਹਾਡੇ ਆਉਣ ਵਾਲੇ ਕੁਝ ਹਫ਼ਤੇ ਚਾਹੀਦੇ ਨੇ। ਤੁਹਾਡਾ ਆਉਣ ਵਾਲਾ ਸਮਾਂ ਚਾਹੀਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਹੁਣ ਤੱਕ ਵਿਗਿਆਨ ਕਰੋਨਾ ਮਹਾਮਾਰੀ ਤੋਂ ਬਚਣ ਲਈ ਕੋਈ ਨਿਸ਼ਚਿਤ ਉਪਾਅ ਨਹੀਂ ਸੁਝਾ ਸਕਿਆ ਅਤੇ ਨਾ ਹੀ ਇਹਦੀ ਕੋਈ ਵੈਕਸੀਨ ਬਣ ਪਾਈ ਹੈ। ਇੱਦਾਂ ਦੀ ਸਥਿਤੀ ਵਿੱਚ ਹਰ ਕਿਸੇ ਦੀ ਚਿੰਤਾ ਵਧਣੀ ਬਹੁਤ ਸੁਭਾਵਿਕ ਹੈ। ਦੁਨੀਆ ਦੇ ਜਿਨ੍ਹਾਂ ਦੇਸ਼ਾਂ ਵਿੱਚ ਕਰੋਨਾ ਦਾ ਵਾਇਰਸ ਅਤੇ ਉਹਦਾ ਪ੍ਰਭਾਵ ਜ਼ਿਆਦਾ ਦੇਖਿਆ ਜਾ ਰਿਹਾ ਹੈ, ਉੱਥੇ ਅਧਿਐਨ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ। ਇਨ੍ਹਾਂ ਦੇਸ਼ਾਂ 'ਚ ਸ਼ੁਰੂਆਤੀ ਕੁਝ ਦਿਨਾਂ ਦੇ ਬਾਅਦ ਅਚਾਨਕ ਬਿਮਾਰੀ ਦਾ ਜਿੱਦਾਂ ਵਿਸਫੋਟ ਹੋਇਆ। ਇਨ੍ਹਾਂ ਦੇਸ਼ਾਂ 'ਚ ਕਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਭਾਰਤ ਸਰਕਾਰ ਨੇ ਇਸ ਸਥਿਤੀ 'ਤੇ, ਇਸ ਵੈਸ਼ਵਿਕ ਮਹਾਮਾਰੀ ਦੇ ਪਸਾਰੇ ਦੇ ਟਰੈਕ ਰਿਕਾਰਡ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ। ਹਾਲਾਂਕਿ ਕੁਝ ਦੇਸ਼ ਅਜਿਹੇ ਵੀ ਨੇ ਜਿਨ੍ਹਾਂ ਨੇ ਜ਼ਰੂਰੀ ਫੈਸਲੇ ਵੀ ਕੀਤੇ ਅਤੇ ਆਪਣੇ ਉੱਥੋਂ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਈਸੋਲੇਟ ਕਰਕੇ ਸਥਿਤੀ ਨੂੰ ਸੰਭਾਲਿਆ ਹੈ ਅਤੇ ਉਸ ਵਿੱਚ ਨਾਗਰਿਕਾਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਭਾਰਤ ਵਰਗੇ 130 ਕਰੋੜ ਆਬਾਦੀ ਵਾਲੇ ਦੇਸ਼ ਦੇ ਸਾਹਮਣੇ ਅਤੇ ਅਸੀਂ ਉਹ ਦੇਸ਼ ਹਾਂ ਜੋ ਵਿਕਾਸ ਲਈ ਯਤਨਸ਼ੀਲ ਹੈ, ਅਤੇ ਸਾਡੇ ਜਿਹੇ ਦੇਸ਼ 'ਤੇ ਕਰੋਨਾ ਦਾ ਇਹ ਸੰਕਟ ਆਮ ਗੱਲ ਨਹੀਂ ਹੈ। ਅੱਜ ਜਦੋਂ ਵੱਡੇ-ਵੱਡੇ ਅਤੇ ਵਿਕਸਿਤ ਦੇਸ਼ਾਂ 'ਚ ਅਸੀਂ ਇਸ ਵੈਸ਼ਵਿਕ ਵਿਆਪਕ ਮਹਾਮਾਰੀ ਦਾ ਪ੍ਰਭਾਵ ਦੇਖ ਰਹੇ ਹਾਂ ਤਾਂ ਭਾਰਤ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਏਗਾ, ਇਹ ਮੰਨਣਾ ਗਲਤ ਹੈ। ਅਤੇ ਇਸ ਲਈ ਇਸ ਵੈਸ਼ਵਿਕ ਮਹਾਮਾਰੀ ਦਾ ਮੁਕਾਬਲਾ ਕਰਨ ਲਈ 2 ਖਾਸ ਗੱਲਾਂ ਦੀ ਲੋੜ ਹੈ। ਪਹਿਲੀ ਸੰਕਲਪ ਅਤੇ ਦੂਸਰੀ ਸੰਜਮ। ਸੰਕਲਪ ਅਤੇ ਸੰਜਮ। ਅੱਜ 130 ਕਰੋੜ ਦੇਸ਼ ਵਾਸੀਆਂ ਨੂੰ ਆਪਣਾ ਸੰਕਲਪ ਹੋਰ ਮਜ਼ਬੂਤ ਕਰਨਾ ਪਏਗਾ
ਕਿ ਅਸੀਂ ਇਸ ਵੈਸ਼ਵਿਕ ਮਹਾਮਾਰੀ ਨੂੰ ਰੋਕਣ ਲਈ ਇੱਕ ਨਾਗਰਿਕ ਦੇ ਨਾਤੇ ਆਪਣੇ ਫਰਜ਼ ਦੀ ਪਾਲਣਾ ਕਰਾਂਗੇ। ਕੇਂਦਰ ਸਰਕਾਰ, ਰਾਜ ਸਰਕਾਰਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਾਂਗੇ। ਅੱਜ ਸਾਨੂੰ ਇਹ ਸੰਕਲਪ ਲੈਣਾ ਹੋਏਗਾ ਕਿ ਅਸੀਂ ਆਪ ਸੰਕਰਮਣ ਤੋਂ ਬਚਾਂਗੇ ਤੇ ਦੂਜਿਆਂ ਨੂੰ ਵੀ ਸੰਕਰਮਿਤ ਹੋਣ ਤੋਂ ਬਚਾਵਾਂਗੇ। ਸਾਥੀਓ, ਇਸ ਤਰ੍ਹਾਂ ਦੀ ਵਿਸ਼ਵ ਮਹਾਮਾਰੀ 'ਚ ਇੱਕ ਮੰਤਰ ਕੰਮ ਕਰਦਾ ਹੈ, ਅਸੀਂ ਸਵਸਥ ਤੇ ਜਗ ਸਵਸਥ। ਅਸੀਂ ਸਵਸਥ ਤਾਂ ਜਗ ਸਵਸਥ। ਅਜਿਹੀ ਸਥਿਤੀ 'ਚ ਜਦੋਂ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਹੈ ਤਾਂ ਸਾਡਾ ਖੁਦ ਦਾ ਤੰਦਰੁਸਤ ਬਣਿਆ ਰਹਿਣਾ ਇਹ ਸਭ ਤੋਂ ਪਹਿਲੀ ਜ਼ਰੂਰਤ ਹੈ। ਇਸ ਬਿਮਾਰੀ ਤੋਂ ਬਚਣ ਤੇ ਆਪ ਤੰਦਰੁਸਤ ਬਣੇ ਰਹਿਣ ਲਈ ਦੂਜੀ ਜ਼ਰੂਰਤ ਹੈ, ਉਹ ਹੈ ਸੰਜਮ। ਤੇ ਸੰਜਮ ਦਾ ਤਰੀਕਾ ਕੀ ਹੈ? ਭੀੜ ਤੋਂ ਬਚਣਾ, ਘਰੋਂ ਬਾਹਰ ਨਿਕਲਣ ਤੋਂ ਬਚਣਾ। ਅੱਜ ਕੱਲ੍ਹ ਜਿਹਨੂੰ ਸੋਸ਼ਲ ਡਿਸਟੈਂਸਿੰਗ ਕਿਹਾ ਜਾ ਰਿਹਾ ਹੈ, ਕਰੋਨਾ ਵਿਸ਼ਵ ਮਹਾਮਾਰੀ ਦੇ ਇਸ ਦੌਰ ਵਿੱਚ ਇਹ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਾਮਯਾਬ ਵੀ ਹੈ। ਸਾਡਾ ਸੰਕਲਪ ਤੇ ਸੰਜਮ ਇਸ ਵਿਸ਼ਵ ਮਹਾਮਾਰੀ ਨੂੰ ਘੱਟ ਕਰਨ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲਾ ਹੈ। ਤੇ ਇਸ ਲਈ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਠੀਕ ਹੋ, ਤੁਹਾਨੂੰ ਕੁਝ ਨਹੀਂ ਹੋਏਗਾ, ਤੁਸੀਂ ਇਸੇ ਤਰ੍ਹਾਂ ਹੀ ਬਾਜ਼ਾਰ ਜਾਂਦੇ ਰਹੋਗੇ, ਸੜਕਾਂ 'ਤੇ ਘੁੰਮਦੇ ਰਹੋਗੇ ਤੇ ਕਰੋਨਾ ਤੋਂ ਬਚੇ ਰਹੋਗੇ, ਮੈਂ ਸਮਝਦਾ ਕਿ ਇਹ ਸੋਚ ਸਹੀ ਨਹੀਂ ਹੈ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਨਾਲ ਤੇ ਆਪਣੇ-ਆਪਣਿਆਂ ਨਾਲ, ਪਰਿਵਾਰਜਨਾਂ ਨਾਲ, ਪਿਆਰਿਆਂ ਨਾਲ ਅਨਿਆਂ ਕਰੋਗੇ। ਇਸ ਲਈ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਤੱਕ ਜਦੋਂ ਬਹੁਤ ਜ਼ਰੂਰੀ ਹੋਵੇ ਤਾਂ ਹੀ ਆਪਣੇ ਘਰੋਂ ਬਾਹਰ ਨਿਕਲੋ। ਜਿੱਥੋਂ ਤੱਕ ਹੋ ਸਕੇ ਤੁਸੀਂ ਆਪਣਾ ਕੰਮ, ਭਾਵੇਂ ਉਹ ਦਫ਼ਤਰ ਨਾਲ ਜੁੜਿਆ ਹੋਵੇ, ਵਪਾਰ ਨਾਲ ਜੁੜਿਆ ਹੋਵੇ, ਆਪਣੇ ਘਰੋਂ ਹੀ ਕਰੋ। ਜੋ ਲੋਕ ਸਰਕਾਰੀ ਸੇਵਾਵਾਂ ਵਿੱਚ ਨੇ, ਹਸਪਤਾਲਾਂ ਨਾਲ ਜੁੜੇ ਨੇ, ਜਨਤਾ ਦੇ ਪ੍ਰਤੀਨਿਧ ਨੇ, ਮੀਡੀਆ ਕਰਮੀ ਨੇ, ਇਹਨਾਂ ਦੀ ਸਰਗਰਮੀ ਤਾਂ ਜ਼ਰੂਰੀ ਹੈ, ਪਰ ਸਮਾਜ ਦੇ ਬਾਕੀ ਸਾਰੇ ਲੋਕਾਂ ਨੂੰ ਆਪਣੇ ਆਪ ਨੂੰ ਬਾਕੀ ਭੀੜ ਤੋਂ, ਬਾਕੀ ਸਮਾਰੋਹਾਂ ਤੋਂ ਵੱਖਰੇ ਕਰ ਲੈਣਾ ਚਾਹੀਦਾ ਹੈ। ਮੇਰੀ ਇੱਕ ਹੋਰ ਅਪੀਲ ਹੈ ਕਿ ਸਾਡੇ ਪਰਿਵਾਰਾਂ 'ਚ ਜਿਹੜੇ ਵੀ ਸੀਨੀਅਰ ਸਿਟੀਜ਼ਨ ਹੋਣ, 60-65 ਸਾਲ ਦੀ ਉਮਰ ਤੋਂ ਉੱਪਰ ਦੇ ਵਿਅਕਤੀ ਹੋਣ, ਉਹ ਆਉਣ ਵਾਲੇ ਕੁਝ ਹਫ਼ਤਿਆਂ ਤੱਕ ਘਰੋਂ ਬਾਹਰ ਨਾ ਨਿਕਲਣ। ਮੈਂ ਫਿਰ ਤੋਂ ਅਪੀਲ ਕਰਦਾ, 60-65 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀ ਘਰੋਂ ਬਾਹਰ ਬਿਲਕੁਲ ਨਾ ਜਾਣ। ਹੋ ਸਕਦਾ ਹੈ ਕਿ ਵਰਤਮਾਨ ਪੀੜ੍ਹੀ ਪੁਰਾਣੀਆਂ ਗੱਲਾਂ ਤੋਂ ਵਾਕਿਫ ਨਹੀਂ ਹੋਵੇਗੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਛੋਟਾ ਸੀ, ਉਸ ਵੇਲੇ ਜੋ ਅਸੀਂ ਮਹਿਸੂਸ ਕਰਦੇ ਸੀ, ਉਸ ਵੇਲੇ ਜਦੋਂ ਜੰਗ ਦੀ ਸਥਿਤੀ ਹੁੰਦੀ ਸੀ ਤਾਂ ਪਿੰਡ-ਪਿੰਡ 'ਚ ਬਲੈਕ ਆਊਟ ਕੀਤਾ ਜਾਂਦਾ ਸੀ, ਸ਼ੀਸ਼ਿਆਂ 'ਤੇ ਵੀ ਕਾਗਜ਼ ਲਾ ਦਿੱਤੇ ਜਾਂਦੇ ਸਨ, ਲਾਈਟ ਬੰਦ ਰੱਖੀ ਜਾਂਦੀ ਸੀ, ਲੋਕੀ ਰਾਤ ਭਰ ਚੌਕੀਦਾਰੀ ਕਰਦੇ ਸਨ ਤੇ ਜੰਗ ਨਾ ਵੀ ਹੋਵੇ ਤਾਂ ਵੀ ਸਾਲ 'ਚ 1-2 ਵਾਰ ਉੱਥੇ ਦੀਆਂ ਜੋ ਨਗਰ ਪਾਲਿਕਾਵਾਂ ਹੁੰਦੀਆਂ ਸਨ, ਉਹ ਜਾਗਰੂਕਤਾ ਲਈ ਬਲੈਕ ਆਊਟ ਦਾ ਡਰਿਲ ਵੀ ਕਰਾਉਂਦੀਆਂ ਸਨ। ਲੋਕਾਂ ਦੀ ਆਦਤ ਬਣੀ ਰਹੇ, ਇਹਦੀ ਕੋਸ਼ਿਸ਼ ਕਰਦੀਆਂ ਸਨ। ਇਸ ਲਈ ਮੈਂ ਅੱਜ ਹਰੇਕ ਦੇਸ਼ ਵਾਸੀ ਕੋਲੋਂ ਇੱਕ ਹੋਰ ਸਮਰਥਨ ਮੰਗ ਰਿਹਾ। ਇਹ ਹੈ ਜਨਤਾ ਕਰਫਿਊ। ਜਨਤਾ ਕਰਫਿਊ ਯਾਨੀ ਜਨਤਾ ਦੇ ਲਈ, ਜਨਤਾ ਦੁਆਰਾ ਆਪਣੇ ਆਪ 'ਤੇ ਲਗਾਇਆ ਕਰਫਿਊ। ਇਸ ਐਤਵਾਰ ਯਾਨੀ 2 ਦਿਨ ਬਾਅਦ 22 ਮਾਰਚ ਨੂੰ, 22 ਮਾਰਚ ਐਤਵਾਰ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਸਾਡੇ ਦੇਸ਼ ਵਾਸੀਆਂ ਨੂੰ ਜਨਤਾ ਕਰਫਿਊ ਦੀ ਪਾਲਣਾ ਕਰਨੀ ਹੈ। ਇਸ ਜਨਤਾ ਕਰਫਿਊ ਦੇ ਦਰਮਿਆਨ ਕੋਈ ਵੀ ਨਾਗਰਿਕ ਘਰਾਂ ਤੋਂ ਬਾਹਰ ਨਾ ਨਿਕਲੇ, ਨਾ ਸੜਕ 'ਤੇ ਜਾਏ, ਨਾ ਮੁਹੱਲੇ ਤੇ ਸੁਸਾਇਟੀ 'ਚ ਇਕੱਠਾ ਹੋਵੇ, ਆਪਣੇ ਘਰ ਵਿੱਚ ਹੀ ਰਹਿਣ। ਹਾਂ, ਜਿਹੜੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਤਾਂ ਜਾਣਾ ਹੀ ਪਏਗਾ, ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪਰ ਇੱਕ ਨਾਗਰਿਕ ਦੇ ਨਾਤੇ ਨਾ ਅਸੀਂ ਜਾਈਏ, ਨਾ ਅਸੀਂ ਵੇਖਣ ਹੀ ਜਾਈਏ। ਸਾਥੀਓ, 22 ਮਾਰਚ ਨੂੰ ਸਾਡੀ ਇਹ ਕੋਸ਼ਿਸ਼ ਸਾਡੇ ਆਤਮ ਸੰਜਮ, ਦੇਸ਼ ਹਿੱਤ ਵਿੱਚ ਫਰਜ਼ ਦੀ ਪਾਲਣਾ ਦੇ ਸੰਕਲਪ ਦਾ ਇੱਕ ਮਜ਼ਬੂਤ ਪ੍ਰਤੀਕ ਹੋਏਗਾ। 22 ਮਾਰਚ ਨੂੰ ਜਨਤਾ ਕਰਫਿਊ ਦੀ ਸਫਲਤਾ, ਇਸ ਦੇ ਤਜਰਬੇ
ਸਾਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਵੀ ਤਿਆਰ ਕਰਨਗੇ। ਮੈਂ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਨੂੰ ਅਪੀਲ ਕਰਾਂਗਾ ਕਿ ਉਹ ਜਨਤਾ ਕਰਫਿਊ ਦੀ ਪਾਲਣਾ ਕਰਾਉਣ ਦੀ ਅਗਵਾਈ ਕਰਨ। ਸਾਡੇ ਦੇਸ਼ 'ਚ ਕਈ ਸੰਗਠਨ ਨੇ, ਐਨਸੀਸੀ ਹੈ, ਐਨਐਸਐਸ ਹੈ, ਕਈ ਯੁਵਾ ਸੰਗਠਨ ਨੇ, ਸਿਵਲ ਸੁਸਾਇਟੀ ਹੈ, ਖੇਡਾਂ ਦੀਆਂ ਸੰਸਥਾਵਾਂ ਨੇ, ਕਈ ਤਰ੍ਹਾਂ ਦੀਆਂ ਸੰਸਥਾਵਾਂ ਤੇ ਸੰਗਠਨ ਨੇ, ਧਾਰਮਿਕ ਸੰਗਠਨ ਨੇ, ਸਮਾਜਿਕ ਸੰਗਠਨ ਨੇ। ਮੈਂ ਸਾਰਿਆਂ ਨੂੰ ਅਨੁਰੋਧ ਕਰਾਂਗਾ ਕਿ ਹੁਣ ਤੋਂ ਲੈ ਕੇ ਐਤਵਾਰ ਤੱਕ ਇਸ ਜਨਤਾ ਕਰਫਿਊ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ, ਉਹਨਾਂ ਨੂੰ ਜਾਗਰੂਕ ਕਰਨ। ਤੁਸੀਂ ਵੀ ਇਹ ਕਰ ਸਕਦੇ ਹੋ ਕਿ ਹਰ ਦਿਨ 10 ਨਵੇਂ ਲੋਕਾਂ ਨੂੰ ਫੋਨ ਕਰਕੇ ਇਸ ਵੈਸ਼ਵਿਕ ਮਹਾਮਾਰੀ ਦੇ ਸੰਬੰਧ ਵਿੱਚ ਨਾਗਰਿਕ ਦੇ ਕਰਨ ਵਾਲੇ ਕੰਮ, ਜਨਤਾ ਕਰਫਿਊ ਦੀ ਗੱਲ ਉਹਨਾਂ ਨੂੰ ਸਮਝਾਓ, ਉਹਨਾਂ ਨੂੰ ਦੱਸੋ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਜਨਤਾ ਕਰਫਿਊ ਇੱਕ ਤਰ੍ਹਾਂ ਨਾਲ ਸਾਡੇ ਲਈ, ਭਾਰਤ ਲਈ ਇੱਕ ਕਸੌਟੀ ਵਾਂਗ ਹੋਏਗਾ। ਇਹ ਕੋਰੋਨਾ ਵਰਗੀ ਵੈਸ਼ਵਿਕ ਮਹਾਮਾਰੀ ਦੇ ਖਿਲਾਫ ਲੜਾਈ ਵਾਸਤੇ ਭਾਰਤ ਕਿੰਨਾ ਤਿਆਰ ਹੈ, ਇਹ ਵੇਖਣ ਤੇ ਪਰਖਣ ਦਾ ਵੀ ਸਮਾਂ ਹੈ। ਤੁਹਾਡੇ ਇਨ੍ਹਾਂ ਯਤਨਾਂ ਦੇ ਦਰਮਿਆਨ ਜਨਤਾ ਕਰਫਿਊ ਦੇ ਦਿਨ 22 ਮਾਰਚ ਨੂੰ, ਐਤਵਾਰ ਨੂੰ ਹੀ ਮੈਂ ਆਪ ਸਭ ਵੱਲੋਂ ਇੱਕ ਹੋਰ ਸਹਿਯੋਗ ਚਾਹੁੰਦਾ। ਸਾਥੀਓ, ਪਿਛਲੇ 2 ਮਹੀਨਿਆਂ ਤੋਂ ਲੱਖਾਂ ਲੋਕ ਹਸਪਤਾਲਾਂ ਵਿੱਚ, ਏਅਰਪੋਰਟ ਤੇ ਦਫ਼ਤਰਾਂ ਵਿੱਚ, ਸ਼ਹਿਰ ਦੀਆਂ ਗਲੀਆਂ ਵਿੱਚ ਦਿਨ-ਰਾਤ ਕੰਮ 'ਚ ਜੁਟੇ ਪਏ ਨੇ। ਭਾਵੇਂ ਡਾਕਟਰ ਹੋਣ, ਨਰਸਾਂ ਹੋਣ, ਹਸਪਤਾਲ ਦਾ ਸਟਾਫ ਹੋਵੇ, ਸਫਾਈ ਕਰਨ ਵਾਲੇ ਸਾਡੇ ਭੈਣ-ਭਰਾ ਹੋਣ, ਏਅਰਲਾਈਨਸ ਦੇ ਕਰਮਚਾਰੀ ਹੋਣ, ਸਰਕਾਰੀ ਕਰਮਚਾਰੀ ਹੋਣ, ਪੁਲਿਸ ਕਰਮਚਾਰੀ ਹੋਣ, ਮੀਡੀਆ ਕਰਮੀ ਹੋਣ, ਰੇਲਵੇ, ਬੱਸ, ਆਟੋ ਰਿਕਸ਼ਾ ਦੇ ਨਾਲ ਜੁੜੇ ਲੋਕ ਹੋਣ, ਹੋਮ ਡਿਲੀਵਰੀ ਕਰਨ ਵਾਲੇ ਲੋਕ ਹੋਣ, ਇਹ ਲੋਕ ਆਪਣੀ ਪਰਵਾਹ ਨਾ ਕਰਦੇ ਹੋਏ ਦੂਜਿਆਂ ਦੀ ਸੇਵਾ 'ਚ ਲੱਗੇ ਹੋਏ ਨੇ। ਅੱਜ ਦੇ ਹਾਲਾਤ ਵੇਖੀਏ ਤਾਂ ਇਹ ਸੇਵਾਵਾਂ ਆਮ ਨਹੀਂ ਕਹੀਆਂ ਜਾ ਸਕਦੀਆਂ। ਅੱਜ ਆਪ ਵੀ ਇਹਨਾਂ ਦੇ ਇਨਫੈਕਟਡ ਹੋਣ ਦਾ ਪੂਰਾ ਖਤਰਾ ਹੈ, ਜੋ ਇਹ ਮੁੱਲ ਲੈ ਰਹੇ ਨੇ। ਬਾਵਜੂਦ ਇਸ ਦੇ ਇਹ ਆਪਣਾ ਫਰਜ਼ ਵੀ ਨਿਭਾ ਰਹੇ ਨੇ, ਹਰ ਕਿਸੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਆਪਣੇ ਆਪ 'ਚ ਰਾਸ਼ਟਰ ਰੱਖਿਅਕ ਦੀ ਤਰ੍ਹਾਂ ਕੋਰੋਨਾ ਮਹਾਮਾਰੀ ਤੇ ਸਾਡੇ ਦਰਮਿਆਨ ਇੱਕ ਸ਼ਕਤੀ ਬਣ ਕੇ ਖੜ੍ਹੇ ਨੇ। ਦੇਸ਼ ਐਸੇ ਹਰ ਛੋਟੇ-ਵੱਡੇ ਵਿਅਕਤੀਆਂ ਦਾ, ਸੰਗਠਨਾਂ ਦਾ ਆਭਾਰੀ ਹੈ। ਮੈਂ ਚਾਹੁੰਦਾ ਕਿ 22 ਮਾਰਚ ਐਤਵਾਰ ਦੇ ਦਿਨ ਅਸੀਂ ਐਸੇ ਸਭ ਲੋਕਾਂ ਨੂੰ ਧੰਨਵਾਦ ਕਰੀਏ ਤੇ ਧੰਨਵਾਦ ਕਰਨ ਦਾ ਤਰੀਕਾ ਵੀ ਦੇਸ਼ ਦੇ ਇੱਕ ਵਿਅਕਤੀ ਨੂੰ ਜੋੜ ਸਕਦਾ ਹੈ। ਐਤਵਾਰ ਨੂੰ, ਯਾਨੀ ਜਨਤਾ ਕਰਫਿਊ ਦੇ ਦਿਨ, ਸ਼ਾਮ ਨੂੰ ਠੀਕ 5 ਵਜੇ ਅਸੀਂ ਆਪਣੇ ਘਰ ਦੇ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਜਾਂ ਬਾਲਕਨੀ 'ਚ ਜਾਂ ਖਿੜਕੀਆਂ ਦੇ ਸਾਹਮਣੇ ਖੜ੍ਹੇ ਹੋ ਕੇ 5 ਮਿੰਟ ਤੱਕ, ਐਤਵਾਰ ਨੂੰ ਸ਼ਾਮ ਨੂੰ 5 ਵਜੇ 5 ਮਿੰਟ ਤੱਕ ਐਸੇ ਲੋਕਾਂ ਦਾ ਸ਼ੁਕਰੀਆ ਅਦਾ ਕਰੀਏ। ਤੇ ਸ਼ੁਕਰੀਆ ਕਿਸ ਤਰ੍ਹਾਂ ਅਦਾ ਕਰਾਂਗੇ? ਤਾੜੀ ਵਜਾ ਕੇ, ਥਾਲੀ ਵਜਾ ਕੇ, ਘੰਟੀ ਵਜਾ ਕੇ ਅਸੀਂ ਉਨ੍ਹਾਂ ਪ੍ਰਤੀ ਆਪਣਾ ਆਭਾਰ ਵਿਅਕਤ ਕਰਾਂਗੇ। ਸਾਇਰਨ ਦੀ ਆਵਾਜ਼ ਨਾਲ ਇਸ ਦੀ ਸੂਚਨਾ ਲੋਕਾਂ ਨੂੰ ਪਹੁੰਚਾਓ। ਸੇਵਾ ਪਰਮੋ ਧਰਮਾ ਦੇ ਸਾਡੇ ਸੰਸਕਾਰਾਂ ਨੂੰ ਮੰਨਣ ਵਾਲੇ ਇਹੋ ਜਿਹੇ ਦੇਸ਼ਵਾਸੀਆਂ ਲਈ ਸਾਨੂੰ ਪੂਰੀ ਸ਼ਰਧਾ ਨਾਲ ਆਪਣੇ ਭਾਵ ਪ੍ਰਗਟ ਕਰਨੇ ਚਾਹੀਦੇ ਨੇ। ਸਾਥੀਓ, ਸੰਕਟ ਦੇ ਇਸ ਵਕਤ 'ਚ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਸਾਡੀਆਂ ਜ਼ਰੂਰੀ ਸੇਵਾਵਾਂ ਤੇ ਸਾਡੇ ਹਸਪਤਾਲਾਂ 'ਤੇ ਦਬਾਅ ਨਹੀਂ ਵਧਣਾ ਚਾਹੀਦਾ, ਤਾਂ ਕਿ ਸਾਡੀਆਂ ਹਸਪਤਾਲ ਦੀਆਂ ਵਿਵਸਥਾਵਾਂ ਨੂੰ, ਸਾਡੇ ਡਾਕਟਰਾਂ ਨੂੰ, ਸਾਡੇ ਪੈਰਾਮੈਡੀਕਲ ਸਟਾਫ ਨੂੰ ਇਸ ਮਹਾਮਾਰੀ ਲਈ ਪ੍ਰਾਥਮਿਕਤਾ ਦੇਣ ਦੀ ਸੁਵਿਧਾ ਬਣੇ। ਇਸ ਲਈ ਮੇਰੀ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਹੈ ਕਿ ਰੂਟੀਨ ਚੈੱਕਅਪ ਲਈ ਹਸਪਤਾਲ ਜਾਣ ਦੀ ਸਾਡੀ ਜੋ ਵੀ ਆਦਤ ਰਹੀ ਹੋਵੇ, ਉਸ ਤੋਂ ਬਚਣਾ ਚਾਹੀਦਾ ਹੈ। ਜਿੰਨਾ ਬਚ ਸਕੀਏ ਬਚਣਾ ਚਾਹੀਦਾ ਹੈ। ਤੁਹਾਨੂੰ ਬਹੁਤ ਜ਼ਰੂਰੀ ਲੱਗ ਰਿਹਾ ਹੋਵੇ ਤਾਂ ਆਪਣੀ ਜਾਣ ਪਹਿਚਾਣ ਵਾਲੇ ਡਾਕਟਰ, ਆਪਣੇ ਫੈਮਿਲੀ ਡਾਕਟਰ ਜਾਂ ਆਪਣੀ ਰਿਸ਼ਤੇਦਾਰੀ ਵਿੱਚ ਕੋਈ ਡਾਕਟਰ ਹੋਵੇ, ਉਹਨੂੰ ਫੋਨ ਕਰਕੇ, ਫੋਨ 'ਤੇ ਹੀ ਉਹਨਾਂ ਤੋਂ ਜ਼ਰੂਰੀ ਸਲਾਹ ਲੈ ਲਵੋ। ਜੇ ਤੁਸੀਂ ਇਲੈਕਟ੍ਰੋ ਸਰਜਰੀ, ਜੋ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ, ਐਸੀ ਕੋਈ ਸਰਜਰੀ ਜਿਸ ਦੀ ਡੇਟ ਲੈ ਰੱਖੀ ਹੈ, ਤਾਂ ਮੇਰੀ ਬੇਨਤੀ ਹੈ ਕਿ ਇਸ ਨੂੰ ਵੀ ਅੱਗੇ ਕਰਵਾ ਲਓ। 1 ਮਹੀਨਾ ਬਾਅਦ ਦੀ ਤਾਰੀਖ ਲੈ ਲਓ। ਸਾਥੀਓ, ਇਸ ਵੈਸ਼ਵਿਕ ਮਹਾਮਾਰੀ ਦਾ ਅਰਥ ਵਿਵਸਥਾ 'ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਪੈਦਾ ਹੋ ਰਹੀਆਂ ਆਰਥਿਕ ਚੁਣੌਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ, ਭਾਰਤ ਸਰਕਾਰ ਦੇ ਵਿੱਤ ਮੰਤਰੀ ਦੀ ਅਗਵਾਈ, ਫਾਈਨਾਂਸ ਮਿਨਿਸਟਰ ਦੀ ਅਗਵਾਈ 'ਚ ਸਰਕਾਰ ਨੇ ਇੱਕ ਕੋਵਿਡ-19 ਇਕਨੋਮਿਕ ਰਿਸਪਾਂਸ ਟਾਸਕ ਫੋਰਸ
ਇਹਦੇ ਗਠਨ ਦਾ ਫੈਸਲਾ ਲਿਆ ਹੈ। ਇਹ ਟਾਸਕ ਫੋਰਸ ਸਾਰੇ ਸਟੇਕ ਹੋਲਡਰਜ਼ ਨਾਲ ਨਿਯਮਿਤ ਸੰਪਰਕ 'ਚ ਰਹਿੰਦੇ ਹੋਏ, ਫੀਡਬੈਕ ਲੈਂਦੇ ਹੋਏ, ਹਰ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਨਿਕਟ ਭਵਿੱਖ 'ਚ ਫੈਸਲੇ ਲਵੇਗੀ। ਇਹ ਟਾਸਕ ਫੋਰਸ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਆਰਥਿਕ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਜਿੰਨੇ ਵੀ ਕਦਮ ਚੁੱਕੇ ਜਾਣ, ਉਨ੍ਹਾਂ 'ਤੇ ਪ੍ਰਭਾਵੀ ਰੂਪ 'ਚ ਅਮਲ ਹੋਵੇ। ਨਿਸ਼ਚਿਤ ਤੌਰ 'ਤੇ ਇਸ ਮਹਾਮਾਰੀ ਨੇ ਦੇਸ਼ ਦੇ ਮੱਧ ਵਰਗ, ਨਿਮਨ ਵਰਗ ਅਤੇ ਗਰੀਬ ਦੇ ਆਰਥਿਕ ਹਿੱਤਾਂ ਨੂੰ ਵੀ ਬਹੁਤ ਹਾਨੀ ਪਹੁੰਚਾਈ ਹੈ। ਸੰਕਟ ਦੀ ਇਸ ਘੜੀ ਵਿੱਚ ਮੇਰਾ ਦੇਸ਼ ਦੇ ਵਪਾਰੀ ਜਗਤ, ਉੱਚ ਆਮਦਨੀ ਵਾਲੇ ਵਰਗ ਨੂੰ ਵੀ ਬੇਨਤੀ ਹੈ ਕਿ ਜੇ ਸੰਭਵ ਹੈ ਤਾਂ ਤੁਸੀਂ ਜਿਨ੍ਹਾਂ ਲੋਕਾਂ ਕੋਲੋਂ ਸੇਵਾਵਾਂ ਲੈਂਦੇ ਹੋ, ਉਨ੍ਹਾਂ ਦੇ ਆਰਥਿਕ ਹਿੱਤਾਂ ਦਾ ਧਿਆਨ ਰੱਖੋ। ਹੋ ਸਕਦਾ ਹੈ ਆਉਣ ਵਾਲੇ ਕੁਝ ਦਿਨਾਂ 'ਚ ਇਹ ਲੋਕ ਦਫ਼ਤਰ ਨਾ ਆ ਸਕਣ, ਤੁਹਾਡੇ ਘਰ ਨਾ ਆ ਸਕਣ। ਇਸ ਕਰਕੇ ਉਨ੍ਹਾਂ ਦਾ ਵੇਤਨ ਨਾ ਕੱਟੋ। ਪੂਰੀ ਮਾਨਵਤਾ ਦੇ ਨਾਲ, ਸੰਵੇਦਨਸ਼ੀਲਤਾ ਦੇ ਨਾਲ ਫੈਸਲਾ ਲਵੋ। ਹਮੇਸ਼ਾ ਯਾਦ ਰੱਖਣਾ ਕਿ ਉਨ੍ਹਾਂ ਨੇ ਵੀ ਆਪਣਾ ਪਰਿਵਾਰ ਚਲਾਉਣਾ ਹੈ, ਆਪਣੇ ਪਰਿਵਾਰ ਨੂੰ ਬਿਮਾਰੀ ਤੋਂ ਬਚਾਉਣਾ ਹੈ। ਮੈਂ ਦੇਸ਼ ਵਾਸੀਆਂ ਨੂੰ ਇਸ ਗੱਲ ਲਈ ਯਕੀਨ ਦਿਵਾਉਂਦਾ ਕਿ ਦੇਸ਼ 'ਚ ਦੁੱਧ, ਖਾਣ-ਪੀਣ ਦਾ ਸਮਾਨ, ਦਵਾਈਆਂ, ਜੀਵਨ ਲਈ ਜ਼ਰੂਰੀ ਵਸਤੂਆਂ ਦੀ ਕਮੀ ਨਾ ਹੋਵੇ, ਇਸ ਲਈ ਸਾਰੇ ਕਦਮ ਚੁੱਕੇ ਜਾ ਰਹੇ ਨੇ। ਇਹ ਸਪਲਾਈ ਕਦੀ ਰੋਕੀ ਨਹੀਂ ਜਾਏਗੀ। ਇਸ ਲਈ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਜ਼ਰੂਰੀ ਸਮਾਨ ਇਕੱਠਾ ਕਰਨ ਦੀ ਹੋੜ ਨਾ ਲਾਓ। ਤੁਸੀਂ ਜਿਸ ਤਰ੍ਹਾਂ ਪਹਿਲੇ ਕਰਦੇ ਹੋ, ਉਸੇ ਤਰ੍ਹਾਂ ਹੀ ਖਰੀਦਦਾਰੀ ਕਰੋ। ਪਹਿਲਾਂ ਹੀ ਖਰੀਦਣਾ ਇਹ ਬਿਲਕੁਲ ਠੀਕ ਨਹੀਂ ਹੈ। ਇੱਦਾਂ ਨਾ ਕਰੋ। ਸਾਥੀਓ, 2 ਮਹੀਨਿਆਂ 'ਚ 130 ਕਰੋੜ ਭਾਰਤੀਆਂ ਨੇ, ਦੇਸ਼ ਦੇ ਹਰ ਨਾਗਰਿਕ ਨੇ, ਦੇਸ਼ ਦੇ ਸਾਹਮਣੇ ਇਹ ਜਿਹੜਾ ਸੰਕਟ ਆਇਆ ਹੈ, ਇਸ ਸੰਕਟ ਨੂੰ ਦੇਸ਼ ਵਾਸੀਆਂ ਨੇ ਆਪਣਾ ਸੰਕਟ ਮੰਨਿਆ। ਭਾਰਤ ਲਈ, ਸਮਾਜ ਲਈ, ਦੇਸ਼ ਵਾਸੀਆਂ ਤੋਂ ਜੋ ਬਣ ਸਕਿਆ ਹਰ ਕਿਸੇ ਨੇ ਕੀਤਾ ਹੈ। ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸਾਰੇ ਦੇਸ਼ ਵਾਸੀ ਆਪਣੇ ਫਰਜ਼ਾਂ ਦਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਇਸੇ ਤਰ੍ਹਾਂ ਨਿਭਾਉਂਦੇ ਰਹਾਂਗੇ। ਹਾਂ, ਮੈਂ ਮੰਨਦਾ ਕਿ ਇਹੋ ਜਿਹੇ ਸਮੇਂ 'ਚ ਕੁਝ ਮੁਸ਼ਕਿਲਾਂ ਆਉਂਦੀਆਂ ਨੇ। ਭੁਲੇਖੇ ਅਤੇ ਅਫਵਾਹਾਂ ਦਾ ਵਾਤਾਵਰਣ ਵੀ ਪੈਦਾ ਹੁੰਦਾ ਹੈ। ਕਈ ਵਾਰ ਇੱਕ ਨਾਗਰਿਕ ਦੇ ਤੌਰ 'ਤੇ ਸਾਡੀਆਂ ਉਮੀਦਾਂ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਫਿਰ ਵੀ ਇਹ ਸੰਕਟ ਇੰਨਾ ਵੱਡਾ ਹੈ ਅਤੇ ਵੈਸ਼ਵਿਕ ਹੈ ਕਿ ਇੱਕ ਦੇਸ਼ ਵੀ ਦੂਜੇ ਦੇਸ਼ ਦੀ ਸਹਾਇਤਾ ਨਹੀਂ ਕਰ ਪਾ ਰਿਹਾ। ਅਜਿਹੇ ਹਾਲਾਤ 'ਚ ਸਾਰੇ ਦੇਸ਼ ਵਾਸੀਆਂ ਨੂੰ ਮੁਸੀਬਤ ਦੇ ਵਿੱਚ ਦ੍ਰਿੜ ਸੰਕਲਪ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ। ਸਾਥੀਓ, ਸਾਨੂੰ ਹੁਣ ਆਪਣੀ ਸਾਰੀ ਤਾਕਤ ਆਪਣੇ ਆਪ ਨੂੰ ਬਚਾਉਣ ਵਾਸਤੇ, ਕੋਰੋਨਾ ਤੋਂ ਬਚਣ ਲਈ ਲਾਉਣੀ ਹੈ। ਅੱਜ ਦੇਸ਼ 'ਚ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਸਥਾਨਕ ਨਿਗਮ ਹੋਣ, ਪੰਚਾਇਤਾਂ ਹੋਣ, ਜਨ ਪ੍ਰਤੀਨਿਧੀ ਹੋਣ ਜਾਂ ਫਿਰ ਸਿਵਲ ਸੁਸਾਇਟੀ, ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਇਸ ਵੈਸ਼ਵਿਕ ਮਹਾਮਾਰੀ ਤੋਂ ਬਚਣ ਲਈ ਆਪਣਾ ਯੋਗਦਾਨ ਦੇ ਰਿਹਾ ਹੈ। ਤੁਹਾਨੂੰ ਵੀ ਆਪਣਾ ਪੂਰਾ ਯੋਗਦਾਨ ਦੇਣਾ ਹੈ। ਇਹ ਜ਼ਰੂਰੀ ਹੈ ਕਿ ਵੈਸ਼ਵਿਕ ਮਹਾਮਾਰੀ 'ਚ, ਇਸ ਵਾਤਾਵਰਣ 'ਚ ਮਾਨਵ ਜਾਤੀ ਦੀ ਜਿੱਤ ਹੋਵੇ, ਭਾਰਤ ਦੀ ਜਿੱਤ ਹੋਵੇ। ਮੇਰੇ ਪਿਆਰੇ ਦੇਸ਼ ਵਾਸੀਓ, ਥੋੜ੍ਹੇ ਦਿਨਾਂ ਤੱਕ ਨਵਰਾਤਰਿਆਂ ਦਾ ਪਰਵ ਆ ਰਿਹਾ ਹੈ। ਇਹ ਸ਼ਕਤੀ ਉਪਾਸਨਾ ਦਾ ਤਿਉਹਾਰ ਹੈ। ਭਾਰਤ ਪੂਰੀ ਸ਼ਕਤੀ ਨਾਲ ਅੱਗੇ ਵਧੇ, ਇਸ ਸੰਕਲਪ ਨੂੰ ਲੈ ਕੇ ਜ਼ਰੂਰੀ ਸੰਜਮ ਦਾ ਪਾਲਣ ਕਰਦੇ ਹੋਏ ਆਓ ਅਸੀਂ ਵੀ ਬਚੀਏ, ਦੇਸ਼ ਵੀ ਬਚਾਈਏ ਅਤੇ ਸੰਸਾਰ ਨੂੰ ਵੀ ਬਚਾਈਏ। ਫਿਰ ਇੱਕ ਵਾਰ ਮੈਂ ਅਪੀਲ ਕਰਾਂਗਾ, ਜਨਤਾ ਕਰਫਿਊ ਲਈ ਮੈਂ ਸੇਵਾ ਕਰਨ ਵਾਲਿਆਂ ਦਾ ਧੰਨਵਾਦ ਕਰਾਂਗਾ ਅਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ।